ਧੰਨ ਵਾਹਿਗੁਰੂ। ਸਾਹਿਬ ਜੀਓ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਨਾਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਤੁਮ ਸਭ ਸਾਜੇ ਸਾਜ ਨਿਵਾਜੇ, ਜੀਉ ਪਿੰਡ ਦੇਹ ਪ੍ਰਾਨਾ। ਨਿਰਗੁਣ ਆਰੇ ਗੁਣ ਨਹੀਂ ਕੋਈ, ਤੁਮ ਦਾਨ ਦੇਹੁ ਮਿਹਰਬਾਨਾ। ਨਿਰਗੁਣ ਆਰੇ ਗੁਣ ਨਹੀਂ ਕੋਈ, ਤੁਮ ਦਾਨ ਦੇਹੁ ਮਿਹਰਬਾਨਾ। ਕਵਨ ਵਡਾਈ ਕਹਿ ਸਕੋ ਬੇਅੰਤ ਗੁਣੀਤਾ। ਕਰ ਕਿਰਪਾ ਮੋਹਿ ਨਾਮ ਦੇਹੋ, ਨਾਨਕ ਦਰਸ ਰੀਤਾ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ। ਇਹ ਲੋਕ ਪਰਲੋਕ ਸੰਗ ਸਹਾਈ, ਜਾਤ ਕਤ ਮੋਹਿ ਰਖਵਾਲੇ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ। ਪਾਹਾ ਨਾ ਸਕੈ ਜਾਲੇ,
ਨਿਰਧਨ ਕੋ ਧਨ ਅੰਦਲੇ ਕੋਟਿਕ, ਮਾਤ ਦੂਧ ਜੈਸੇ ਬਾਲੇ, ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ, ਕਰੀ ਕਿਰਪਾ ਕਿਰਪਾਲੇ, ਨਿਰਧਨ ਕੋ ਧਨ ਅੰਦਲੇ ਕੋਟਿਕ, ਮਾਤ ਦੂਧ ਜੈਸੇ ਬਾਲੇ, ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ, ਕਰੀ ਕਿਰਪਾ ਕਿਰਪਾਲੇ, ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਕੇਦਾਰਾ ਬਾਣੀ ਰਵਿਦਾਸ ਜੀਓ ਕੀ, ਇਕ ਓੰਕਾਰ ਸਤਿਗੁਰ ਪ੍ਰਸਾਦ, ਖਟ ਕਰਮ ਕੁਲ ਸੰਯੁਗਤ ਹੈ, ਹਰ ਭਗਤ ਹਿਰਦੈ ਨਾਹੀ, ਚਰਨਾਰ ਬਿੰਦ ਨਾ ਕਥਾ ਭਾਵੈ, ਸੁਪਚ ਤੁਲ ਸਮਾਨ, ਖਟ ਕਰਮ ਕੁਲ ਸੰਯੁਗਤ ਹੈ, ਹਰ ਭਗਤ ਹਿਰਦੈ ਨਾਹਿ, ਚਰਨਾਰ ਬਿੰਦ ਨਾ ਕਥਾ ਭਾਵੈ, ਸੁਪਚ ਤੁਲ ਸਮਾਨ, ਰੇ ਚਿਤ ਚੇਤ ਚੇਤ ਅਚੇਤ, ਕਾਹੇ ਨਾ ਬਾਲਮੀਕੈ ਦੇਖ, ਕਿਸ ਜਾਤ ਤੇ ਕਿਹ ਪਦੈ ਅਮਰਿਓ, ਰਾਮ ਭਗਤ ਬਸ਼ੇਖ, ਰਹਾਉ ਸਵਾਨ ਸ਼ਤਰ ਅਜਾਤ ਸਭ ਤੇ, ਕ੍ਰਿਸ਼ਨ ਲਾਵੈ ਹੇਤ, ਲੋਗ ਬਪੁਰਾ ਕਿਆ ਸਰਾਹੈ, ਤੀਨ ਲੋਕ ਪਰਵੇਸ਼, ਅਜਾਮਲ ਪਿੰਗੁਲਾ ਲੁਬਧ ਕੁੰਚਰ, ਗਏ ਹਰ ਕੈ ਪਾਸ, ਐਸੇ ਦੁਰਮਤ ਨਿਸਤਰੇ, ਤੂੰ ਕਿਉ ਨਾ ਪਰੈ ਰਵਿਦਾਸ, ਅਜਾਮਲ ਪਿੰਗੁਲਾ ਲੁਬਧ ਕੁੰਚਰ,
गए हर कै पास, ऐसे दुर्मत निस्तरे, तू क्यों ना तरै रवदास। वाहिगुरु जी का खालसा, वाहिगुरु जी की फतेह। परम सन्मानयोग जुगो हो जुग अटल, रहमतां दे सागर, सदीवी काल वास्ते रहन वाले सतगुरु, धन धन श्री गुरु ग्रंथ साहिब सच्चे पातशाह जी दे सजे हुए अमृत वेले दे गुरु दरबार दियां हाजरियां पर रहे। गुरु प्यार वाले सतसंगी जनों, सतगुरां दी अपार किरपा हुई है तां जो सानू सबना नू रल मिल गुरु दरबार दियां हाजरियां पर गुरु के कल्याणकारी मुक्तिदायक अमृत बचन गुरु सवारियां पासों श्रवण करन दा सुभाग प्राप्त होया। जिथे आप गुरु कियां दे पासों कीर्तन रूप दे राही गुरु के अमृत बचन श्रवण कर रहे सी, उत्थे ही इस पावन पवित्र स्थान ते 16 जनवरी तो लैके 16 फरवरी तक लगभग इन्हां 31 दिनां विच भगत रविदास महाराज जी होरां दे जन्म दिहाड़े नूं समर्पित आप संगत दे संयोग दे नाल गुरु ग्रंथ साहिब महाराज जी दी पावन पवित्र गुरबाणी दे अंदर दर्ज भगत रविदास जी दे मुखारबिंद तो उचारण कीते हुए बचन आपां लड़ीवार विचार रूप राही विचारदे आ रहे हैं। इसे ही संदर्भ विच अज भगत रविदास महाराज जी होरां दे मुखारबिंद तो उचारण कीते हुए केदारा राग दा पावन पवित्र बचन पाठ रूप राही श्रवण कीता है। भगत जी इस पावन पवित्र बचन दे राही साडे गाफल होए इस मन नूं संबोधन करदिआं उपदेश बख्श रहे ने, हे मेरे गाफल मन, तू काते तू परिपूर्ण परमात्मा वाहिगुरु नूं क्यों नहीं सिमरदा, बल्कि सिमरिया कर
ਦੇਖ ਪ੍ਰਮਾਤਮਾ ਦੇ ਸਿਮਰਨ ਨਾਲ ਜੁੜ ਕੇ, ਮਾਲਕ ਨੂੰ ਸਿਮਰ ਕੇ ਉਹ ਤਰ ਗਏ ਜਿਨ੍ਹਾਂ ਦਾ ਜੀਵਨ ਕੋਈ ਇੰਨਾ ਉੱਚਾ ਨਹੀਂ ਸੀ, ਜਿਨ੍ਹਾਂ ਦੇ ਜੇ ਜੀਵਨ ਵੱਲ ਝਾਤ ਮਾਰ ਲਈਏ ਤੇ ਉਹ ਵਿਚਾਰੇ ਅੱਤ ਦਰਜੇ ਦੇ ਜੀਵਨ ਕਰਕੇ ਗਿਰੇ ਹੋਏ ਸਨ। ਪਰ ਜਿਉਂ ਮਾਲਕ ਪ੍ਰਮਾਤਮਾ ਨੂੰ ਸਿਮਰਨ ਲੱਗੇ ਤੇ ਮਾਲਕ ਦੇ ਸਿਮਰਨ ਨਾਲ ਉਹ ਤਰ ਗਏ। ਇਸ ਕਰਕੇ ਹੇ ਰਵਿਦਾਸ, ਜੇ ਇਸ ਤਰ੍ਹਾਂ ਦੇ ਦੁਰਮਤ ਦਾ ਸ਼ਿਕਾਰ ਹੋਏ ਵੀ ਉੱਠ ਕੇ ਭਗਤੀ ਪ੍ਰਮਾਤਮਾ ਦੀ ਕਰਨ ਲੱਗ ਜਾਣ, ਜੇ ਉਹ ਤਰ ਸਕਦੇ ਨੇ ਤੇ ਰਵਿਦਾਸ ਤੁਸੀਂ ਕਿਉਂ ਨਹੀਂ ਤਰੋਗੇ? ਤੁਸੀਂ ਵੀ ਤਰ ਸਕਦੇ ਹੋ। ਨਿਸ਼ਚਾ ਚਾਹੀਦਾ ਹੈ, ਪ੍ਰਮਾਤਮਾ ਦੀ ਭਗਤੀ ਤੇ ਯਕੀਨ ਚਾਹੀਦਾ ਹੈ, ਪ੍ਰਮਾਤਮਾ ਤੇ ਭਰੋਸਾ ਚਾਹੀਦਾ ਹੈ, ਉਸ ਮਾਲਕ ਅਕਾਲ ਪੁਰਖ ਤੇ ਤੂੰ ਵੀ ਤਰੇਂਗਾ। ਆਓ, ਇਹ ਬਚਨ ਹੈ ਜਿਹਦਾ ਸੰਖੇਪ ਭਾਵ ਹੈ ਕਿ ਰੱਬ ਪ੍ਰਮਾਤਮਾ ਪ੍ਰਭੂ ਦਾ ਧਿਆਨ ਧਰਿਆ ਜੀਵਨ ਵਿੱਚ ਜਿਨ੍ਹਾਂ ਨੂੰ ਦੁਨੀਆ ਦੇ ਲੋਕ ਅੱਤ ਦਰਜੇ ਦਾ ਨੀਚ ਕਹਿਣ, ਉਹ ਵੀ ਤਰ ਸਕਦੇ ਨੇ। ਆਓ, ਵਿਚਾਰਾਧੀਨ ਭਗਤ ਰਵਿਦਾਸ ਮਹਾਰਾਜ ਜੀ ਦੇ ਇਸ ਪਾਵਨ ਪਵਿੱਤਰ ਕੇਦਾਰਾ ਰਾਗ ਦੇ ਬਚਨ ਨੂੰ ਆਪਾਂ ਗੁਰੂ ਕਿਰਪਾ ਸਦਕਾ ਵਿਚਾਰਨਾ ਹੈ। ਵਿਚਾਰ ਪ੍ਰਰੰਭਣ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਦੇ ਲਈ ਆਪਣੀਆਂ ਹਾਜ਼ਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰ ਲਵਾਉਣ ਲਈ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਮਨੁੱਖ ਨੂੰ ਉਸ ਅਕਾਲ ਪੁਰਖ ਪਰਮਾਤਮਾ ਜੋ ਸਭ ਦਾ ਸਿਰਜਣਹਾਰ ਹੈ, ਉਹਦੀ ਬੰਦਗੀ ਕਰਨ ਵਾਸਤੇ ਪ੍ਰੇਰਨਾ ਦਿੰਦੀ ਹੈ। ਬੰਦਗੀ ਕਿ ਹੇ ਮਨੁੱਖ, ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਕਰ। ਜੇ ਤੂੰ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਕਰੇਗਾ, ਆ ਮਿਲਿਆ ਹੋਇਆ ਮਾਨਸ ਜਨਮ ਜਿਹੜਾ ਹੈ ਇਹਨੂੰ ਤੂੰ ਸਫਲ ਕਰ ਲਏਗਾ। ਜੇ ਬੰਦਗੀ ਨਹੀਂ ਕਰੇਗਾ, ਮਿਲਿਆ ਹੋਇਆ ਮਾਨਸ ਜਨਮ ਪ੍ਰਮਾਤਮਾ ਦੀ ਬੰਦਗੀ ਤੋਂ ਬਗੈਰ ਸਫਲ ਨਹੀਂ ਹੋਣਾ। ਹੁਣ ਇਸ ਸੁਨੇਹੇ ਨੂੰ ਸੁਣ ਕੇ ਬਈ ਇਹ ਮਨੁੱਖਾ ਜਨਮ ਮਿਲਿਆ ਹੀ ਬੰਦਗੀ ਵਾਸਤੇ ਹੈ। ਕੋਈ ਉਦਮ ਉਪਰਾਲਾ ਕਰਕੇ ਬੰਦਗੀ ਕਰਨ ਲੱਗੇ, ਮਾਲਕ ਦਾ ਧਿਆਨ ਧਰੇ, ਚੰਗੀ ਗੱਲ ਹੈ। ਪਰ ਉਹਨੂੰ ਪਰਮਾਤਮਾ ਦਾ ਨਾਮ ਜਪਦਿਆਂ, ਪਰਮਾਤਮਾ ਵੱਲੇ ਆਪਣੇ ਹਿਰਦੇ ਦੇ ਪ੍ਰੇਮ ਦਾ ਇਜ਼ਹਾਰ ਕਰਦਿਆਂ ਵੇਖ ਕੇ ਕੋਈ ਇਸ ਗੱਲ ਦਾ ਵਿੱਚ ਮਸਲਾ ਖੜਾ ਕਰ ਦੇਵੇ ਵੀ ਜਪਣ ਵਾਲਿਆ ਠੀਕ ਹੈ, ਤੂੰ ਜਪ ਰਿਹਾ ਹੈ, ਪਰ ਤੇਰੇ ਜਪੇ ਹੋਏ ਦਾ ਲਾਭ ਕੋਈ ਨਹੀਂ, ਤੇ ਅਗਲਾ ਪੁੱਛੇਗਾ ਨਾ ਵੀ ਕੀ ਕਾਰਨ ਹੈ, ਮੈਂ ਰੱਬ ਦਾ ਨਾਮ ਜਪ ਰਿਹਾ ਤੇ ਤੂੰ ਕਹਿ ਰਿਹਾ ਵੀ ਤੇਰੇ ਜਪੇ ਦਾ ਲਾਭ ਕੋਈ ਨਹੀਂ। ਲਾਭ ਇਸ ਕਰਕੇ ਕੋਈ ਨਹੀਂ ਕਿ ਜਿਹੜੇ ਧਰਮ ਦੀ ਗੱਲ ਕਿਸੇ ਧਰਮ ਗ੍ਰੰਥ ਵਿੱਚੋਂ ਮੈਂ ਪੜ੍ਹੀ ਹੈ ਨਾ, ਮੈਂ ਪੜ੍ਹਿਆ ਵੀ ਤੂੰ
ਜਨਮ ਕਰਕੇ ਨੀਵੀਂ ਜਾਤ ਵਿੱਚ ਪੈਦਾ ਹੋਇਆ ਹੈ ਤੇ ਨੀਵੀਂ ਜਾਤ ਵਾਲਾ ਕੋਈ ਸ਼ੂਦਰ ਬੰਦਗੀ ਕਰੇ ਤੇ ਉਹਦੀ ਬੰਦਗੀ ਥਾਏ ਨਹੀਂ ਪੈ ਸਕਦੀ, ਉਹ ਬੰਦਗੀ ਕਰ ਹੀ ਨਹੀਂ ਸਕਦਾ। ਬੰਦਗੀ ਕਰਨ ਵਾਸਤੇ ਰੱਬ ਦੀ ਉਹਨੂੰ ਉੱਚੇ ਘਰਾਣੇ ਵਿੱਚ ਬ੍ਰਾਹਮਣ ਦੇ ਘਰ ਵਿੱਚ ਜਨਮ ਲੈਣਾ ਪੈਣਾ ਹੈ। ਬ੍ਰਾਹਮਣ ਦੇ ਘਰ ਜਨਮ ਲੈ ਕੇ ਉਹ ਭਗਤੀ ਕਰੇਗਾ ਤੇ ਸਫਲ ਤਾਂ ਹੋਏਗਾ। ਇੱਦਾਂ ਜਿਨ੍ਹਾਂ ਮਹਾਂਪੁਰਖਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ ਨਾ, ਭਗਤ ਕਬੀਰ ਸਾਹਿਬ, ਭਗਤ ਨਾਮਦੇਵ ਮਹਾਰਾਜ ਸਾਹਿਬ, ਭਗਤ ਰਵਿਦਾਸ ਜੀ, ਭਗਤ ਸਧਨਾ ਜੀ, ਸੈਨ ਜੀ, ਇਹਨਾਂ ਸਾਰੇ ਮਹਾਂਪੁਰਖਾਂ ਦੇ ਨਾਲ ਵਕਤ ਦੇ ਉੱਚ ਜਾਤੀਏ ਐਸਾ ਵਿਵਹਾਰ ਕਰਦੇ ਰਹੇ। ਤੁਸੀਂ ਜਿੰਨਾ ਮਰਜ਼ੀ ਬਹਿ ਕੇ ਰਾਮ ਰਾਮ, ਖੁਦਾ ਖੁਦਾ, ਅੱਲਾ ਅੱਲਾ ਕਰ ਲਓ, ਤੁਸੀਂ ਨਹੀਂ ਪਹੁੰਚ ਸਕਦੇ। ਕਿਉਂ? ਨਿਸ਼ਾਨਾ ਰੱਖ ਦਿੱਤਾ ਹੈ ਮਨੂ ਦੀ ਵਰਨ ਵੰਡ ਨੇ ਬਈ ਭਗਤੀ ਕਰਨ ਵਾਸਤੇ ਵੀ ਉੱਚ ਜਾਤ ਵਿੱਚ ਜਨਮ ਲੈਣਾ ਪਏਗਾ, ਭਗਤੀ ਹੋ ਹੀ ਤਾਂ ਸਕਦੀ ਹੈ। ਇਹ ਮਨੂ ਦੀ ਵਰਨ ਵੰਡ ਕਹਿ ਸਕਦੀ ਹੈ ਵੀ ਭਗਤੀ ਕਰਨ ਵਾਸਤੇ ਉੱਚੀ ਜਾਤ, ਉੱਚੀ ਕੁੱਲ ਜ਼ਰੂਰ ਚਾਹੀਦੀ ਹੈ। ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਧਰਮ ਕਹਿੰਦਾ ਵੀ ਨਹੀਂ, ਬੰਦਗੀ ਕਰਨ ਵਾਸਤੇ ਉੱਚੀ ਕੁੱਲ ਦੀ ਜ਼ਰੂਰਤ ਨਹੀਂ ਹੈ। ਬੰਦਗੀ ਕਰਨ ਵਾਸਤੇ ਨੀਅਤ, ਮਨ ਜਿਹੜਾ ਹੈ ਉਹ ਪ੍ਰਮਾਤਮਾ ਦੀ ਹਾਜ਼ਰੀ ਵਿੱਚ ਹੋਣਾ ਚਾਹੀਦਾ, ਨਾ ਕਿ ਉੱਚੀ ਕੁੱਲ ਹੋਵੇ। ਇਸ ਵਾਸਤੇ ਜੇ ਤੁਸੀਂ ਬ੍ਰਾਹਮਣ ਦੀ ਮਨੂ ਸਿਮਰਤੀ ਦੇ ਮੁਤਾਬਕ ਵਰਨ ਵੰਡ ਨੂੰ ਵੇਖੋਗੇ, ਜਿਹਦੇ ਸ਼ਿਕਾਰ ਭਗਤ ਰਵਿਦਾਸ ਮਹਾਰਾਜ ਵੀ ਹੋਏ, ਔਰ ਇਸੇ ਕਰਕੇ ਉਹਨਾਂ ਦੇ ਅੰਮ੍ਰਿਤ ਬੋਲਾਂ ਨੂੰ ਆਪਾਂ ਬਾਣੀ ਵਿੱਚੋਂ ਵਿਚਾਰ ਰਹੇ ਹਾਂ ਵੀ ਉਹਨਾਂ ਨਾਲ ਉਸ ਵਕਤ ਦੇ ਉੱਚੀ ਜਾਤੀ ਦੇ ਬ੍ਰਾਹਮਣ ਨੇ ਕਿਸ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਹੈ, ਕਿਵੇਂ ਕਿਵੇਂ ਉਹਨਾਂ ਨਾਲ ਵਕਤ ਦੇ ਉੱਚ ਜਾਤੀਏ ਪੇਸ਼ ਆਉਂਦੇ ਰਹੇ। ਇਸੇ ਸੰਦਰਭ ਵਿੱਚ ਹੀ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਵੇਕਲੀ ਹੈ, ਸਰਬਕਾਲੀ ਹੈ। ਇਹਦੇ ਨਾਲ ਕੋਈ ਵੀ ਜੁੜ ਜਾਏ ਤੇ ਜੁੜਨ ਵਾਲੇ ਨੂੰ ਗੁਰਬਾਣੀ ਫਿਰ ਇਹ ਨਹੀਂ ਕਹਿੰਦੀ ਵੀ ਫਲਾਣਿਆਂ ਤੂੰ ਜਪ ਸਕਦਾ ਹੈ ਤੇ ਤੂੰ ਨਹੀਂ ਜਪ ਸਕਦਾ। ਪਰ ਦੂਸਰੇ ਪਾਸੇ ਤੁਸੀਂ ਬ੍ਰਾਹਮਣ ਦੀ ਮਰਜ਼ਾਈ ਬਣਾਈ ਹੋਈ ਮਰਜ਼ਾਦਾ ਵਰਨ ਵੰਡ ਨੂੰ ਵੇਖੋ ਤੇ ਉਹਦੀਆਂ ਕੰਡੀਸ਼ਨਾਂ ਨੇ ਵੀ ਭਗਤੀ ਕਰਨੀ ਹੈ ਤੇ ਬ੍ਰਾਹਮਣ ਦੇ ਘਰ ਪੈਦਾ ਹੋਣਾ ਉਹਦੇ ਲਈ ਲਾਜ਼ਮੀ ਹੈ। ਜਿਹੜਾ ਇਹ ਸ਼ੌਂਕ ਰੱਖਦਾ ਵੀ ਭਗਤੀ ਕਰਾਂ, ਵਰਨਾ ਉਹਨੂੰ ਭਗਤੀ ਨਹੀਂ ਕੀਤੀ ਜਾਣ ਦੇਗੀ। ਜਿਹੜਾ ਕਰੇਗਾ ਅਸੀਂ ਉਹਨੂੰ ਧੱਕੇ ਤੱਕ ਵੀ ਮਾਰ ਸਕਦੇ ਹਾਂ, ਔਰ ਮਾਰੇ ਗਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੋ ਤੇ ਭਗਤ ਨਾਮਦੇਵ ਮਹਾਰਾਜ ਜ਼ਿਕਰ ਕਰਦੇ ਨੇ, ਜਦੋਂ ਉਹਨਾਂ ਦੇ ਦਿਲ ਵਿੱਚ ਰੱਬ ਪ੍ਰਮਾਤਮਾ ਦੀ ਭਗਤੀ ਦੇ ਪ੍ਰਤੀ ਮੁਤਲਕ ਪਿਆਰ ਬਣਿਆ ਤੇ ਮਨ ਵਿੱਚ ਆਇਆ ਵੀ ਚੱਲ ਨਾਮਦੇਵ, ਲੋਕ ਅੱਗੇ ਧਰਮਸ਼ਾਲਾ ਵਿੱਚ ਬਹਿ ਕੇ ਧਰਮ ਮੰਦਰ ਵਿੱਚ ਰੱਬ ਦੇ ਗੁਣ ਗਾਉਂਦੇ ਨੇ, ਤੂੰ ਵੀ ਗਾਇਆ ਕਰ, ਤੇਰਾ ਜਨਮ ਸਫਲ ਹੋ ਜਾਏਗਾ। ਸੰਗਤ 'ਚ ਜਾਣਾ ਕੋਈ ਮਾੜੀ ਗੱਲ ਨਹੀਂ, ਪਰ ਇਸ ਗੱਲ ਦਾ ਗਿਆਨ ਨਹੀਂ ਸੀ ਵੀ ਮੰਦਰ ਦੇ ਵਿੱਚ ਜਿਹੜੀ ਸੰਗਤ ਜੁੜਦੀ ਏ ਤੇ ਉਸ ਸੰਗਤ ਦਾ ਜਿਹੜਾ ਪੁਜਾਰੀ ਹੈ
वो वर्ण वंड का बड़ा पक्का हमैती है, इस गल का ज्ञान नहीं। भगत नामदेव भी पौड़ियां चढ़ के जा बैठे, चौंकड़ा मार के बैठे हुए भगत नामदेव नूं पुजारी ने ठा कर दी, लत मारी और मंदिर तो बाहर सिट दिता। उठे कपड़े कुपड़े झाड़ के पुजारी नूं पुछदे ने भी महाराज की गल है? नामदेव तैनू अजे तक इस गल का पता ही नहीं भी की गल है, तैनू क्यों धक्का मारिया है? महाराज मैनू नहीं पता। नामदेव तैनू इसलिए धक्का मारिया है कि तू मंदिर च नहीं आ सकदा। महाराज क्यों नहीं आ सकदा? इसलिए नहीं आ सकदा क्योंकि तेरा जन्म जिहड़ा वो शींबियां दी कुल विच होया है, इस करके तू शूदर है। ते तैनू इस गल का पता नहीं भी शूदर नूं मंदिर विच आउण दी मनाही है। महाराज क्यों मनाही है? इसे लिए मनाही है बई ये मंदिर जिहड़ा ये उच्च जातीय ब्राह्मणां लई है, ना कि तुहाडे वर्गे शूदरां लई। इसे लिए नामदेव नूं धक्का मारिया। और जिहड़े रब परमात्मा नाल जुड़े हुए ने ना, जां जिहड़े सच्चे मुच्ची जिन्हां दी सुरत विच परमात्मा दे प्रति झुकाव है, लगाव है, वो आ चार दुआरियां दे माफ़ करियो मुथाज नहीं भी उत्थे ही जावांगे ते उत्थे ही गल बह के बनेगी। उन्हां उही अपनी खेसी कंबली झाड़ी मोढे मारी बस्तर झाड़ के मंदिर दे पिछवाड़े जा बैठे। बई भगती करनी है, चल तू नहीं बैठण देंदा। पर मन नूं ठेस जरूर पहुंची भी ऐसा नहीं चाहिदा जिथों धर्म कमाउण दी जाच सिखाई जांदी होवे, उत्थे इदां दे मतसवी बिरती वाले लोग भी रहिंदे ने। पिछवाड़े मंदिर दे बैठे हुए भगत नामदेव जी होरां दी सुरत अकाल पुरख वाहिगुरू दे नाम विच भिजी ते मालक ने ना भगत नामदेव जी होरां नूं कहंदे भी दर्शन दीदार बख्शे, सुरती दे मार्ग द्वारा बैठे हुए भगत नामदेव जी नूं वेख के अकाल पुरख वाहिगुरू खिड़खड़ा के हसिया ते परमात्मा प्रभु नूं खिड़खड़ा के हसदियां वेख के नामदेव होर थोड़ा जिहा दुखी होए भी रब जी तुहाडे बारे तां सुनिया सी कि भगतां दी सदा तू रखदा, हर जीओ धुर तू रखदा आया। प्रहलाद जन तुद लाख लै, हर जीओ रणाक्ष मार पहुँचाया। पर अज पता लगा है बई तुहाडे भगतां नूं को मंदिर विचों नरादर करके धक्के मार के बाहर सिट देवे ते अज पता लगा भी तुसीं अपनी भगतां दी नरादरी ते भी प्रसन्न खुश हुंदे हो। नामदेव मैं इस करके नहीं खुश हो रहा बई तैनू धक्के पै ने, तेरा नरादर होया ते मैं इस करके हस रहा नहीं। अकाल पुरख कहन लगे साडे खुश होने का मकसद ये नहीं है। महाराज मैनू तो यही लगा भी मैनू धक्के पै, मेरी बेइज्जती हुई, मेरा नरादर होया। मैनू तो यूं लगता भी जिवें तुसीं मेरे धक्कियां ते खुश हो भी चंगा होया नामदेव। वाहिगुरू अकाल पुरख कहन लगे भी नामदेव गल ये नहीं। महाराज फिर तुसीं हसे क्यों? माजरा की है? मैं रो रहा, तुसीं हस रहे हो। उथे अकाल पुरख परमात्मा प्रभु ने हस के नामदेव नूं पुछया भी नामदेव मेरे खुश होने का कारण यह है भी मैं तैनू पूछना चाहना भी तुसीं मंदिर च लैन की गए? लो महाराज ये थोड़ा गल है भी कोई तुसीं हुण मैनू पुछण लग गए मंदिर लै। महाराज मैं तुहानू ही तां मिलन गया सां, भी सुनिया है भी तुसीं मंदिर च रहिंदे।